ਪਿਆਰੇ ਵਿਦਿਆਰਥੀਓ, ਇਸ ਵੀਡੀਓ ਵਿੱਚ ਅਸੀਂ ਚਰਚਾ ਕਰਾਂਗੇ ਕਿ ਸੁਤੰਤਰਤਾ ਦੀਆਂ ਕਿਹੜੀਆਂ-ਕਿਹੜੀਆਂ ਮੁੱਖ ਕਿਸਮਾਂ ਹੁੰਦੀਆਂ ਹਨ। ਆਓ ਸਭ ਤੋਂ ਪਹਿਲਾਂ ਚਰਚਾ ਕਰਦੇ ਹਾਂ ਕੁਦਰਤੀ ਸੁਤੰਤਰਤਾ ਬਾਰੇ। ਕੁਦਰਤੀ ਸੁਤੰਤਰਤਾ ਦਾ ਅਰਥ ਹੈ ਉਹ ਸੁਤੰਤਰਤਾ ਜਿੱਥੇ ਕੋਈ ਵੀ ਰੋਕ ਨਾ ਹੋਵੇ। ਇਸ ਲਈ ਇਸ ਨੂੰ ਅਸੀਂ ਜੰਗਲ ਦੀ ਸੁਤੰਤਰਤਾ ਕਹਿ ਸਕਦੇ ਹਾਂ, ਜਿੱਥੇ ਵਿਅਕਤੀ ਕੁਝ ਵੀ ਕਰਨ ਲਈ, ਕੋਈ ਵੀ ਕਾਰਵਾਈ ਕਰਨ ਲਈ, ਕਿਸੇ ਵੀ ਤਰ੍ਹਾਂ ਦਾ ਐਕਸ਼ਨ ਕਰਨ ਲਈ ਪੂਰੀ ਤਰ੍ਹਾਂ ਸੁਤੰਤਰ ਹੋਵੇ। ਜਿੱਥੇ ਨਾ ਕੋਈ ਸਮਾਜ ਦੀ ਰੋਕ ਹੋਵੇ, ਨਾ ਪਰਿਵਾਰ ਦੀ ਰੋਕ ਹੋਵੇ, ਨਾ ਕੋਈ ਸਰਕਾਰ ਦੀ ਰੋਕ ਹੋਵੇ, ਉਸ ਤਰ੍ਹਾਂ ਦੀ ਖੁੱਲ੍ਹ ਨੂੰ ਕੁਦਰਤੀ ਸੁਤੰਤਰਤਾ ਦਾ ਨਾਮ ਅਸੀਂ ਦੇ ਸਕਦੇ ਹਾਂ। ਕੁਦਰਤੀ ਸੁਤੰਤਰਤਾ ਨੂੰ ਪਰ ਅਸਲ ਦੇ ਵਿੱਚ ਇੱਕ ਆਧੁਨਿਕ ਸਮੇਂ ਦੇ ਪੈਰਾਮੀਟਰਸ ਦੇ ਅਨੁਸਾਰ ਸੁਤੰਤਰਤਾ ਨਹੀਂ ਮੰਨਿਆ ਜਾ ਸਕਦਾ। ਇਸ ਨੂੰ ਕੇਵਲ ਖੁੱਲ੍ਹ ਮੰਨਿਆ ਜਾ ਸਕਦਾ ਹੈ ਜਿੱਥੇ ਕੋਈ ਵੀ ਰੋਕ ਨਹੀਂ ਹੁੰਦੀ, ਅਤੇ ਅਜੋਕੇ ਯੁੱਗ ਦੇ ਵਿੱਚ ਸੱਭਿਅਕ ਸਮਾਜ ਦੇ ਵਿੱਚ ਐਸੀ ਸੁਤੰਤਰਤਾ ਪ੍ਰਦਾਨ ਕਰਨੀ ਸੰਭਵ ਨਹੀਂ ਹੈ। ਦੂਸਰੇ ਨੰਬਰ 'ਤੇ ਅਸੀਂ ਚਰਚਾ ਕਰਦੇ ਹਾਂ ਨਾਗਰਿਕ ਸੁਤੰਤਰਤਾ ਬਾਰੇ। ਨਾਗਰਿਕ ਸੁਤੰਤਰਤਾ ਦਾ ਭਾਵ ਹੈ ਉਹ ਸੁਤੰਤਰਤਾ ਜਿਹੜੀ ਸਾਨੂੰ ਸੁਸਾਇਟੀ ਦਾ ਮੈਂਬਰ ਹੋਣ ਦੇ ਨਾਤੇ ਮਿਲਦੀ ਹੈ। ਨਾਗਰਿਕ ਸੁਤੰਤਰਤਾ ਸੰਗਠਿਤ ਹੋਣ ਦੀ ਅਵਸਥਾ ਵਿੱਚ ਹੀ ਪ੍ਰਾਪਤ ਹੋ ਸਕਦੀ ਹੈ। ਇਸ ਲਈ ਇਹ ਸੁਤੰਤਰਤਾ ਵਨ ਸਾਈਡਡ ਨਹੀਂ ਹੈ। ਇਸ ਸੁਤੰਤਰਤਾ ਦੇ ਵਿੱਚ ਕੁਝ ਜ਼ਿੰਮੇਵਾਰੀਆਂ ਵੀ ਨਾਲ ਜੁੜੀਆਂ ਹੁੰਦੀਆਂ ਹਨ, ਜਿਵੇਂ ਜੀਵਨ ਦੀ ਰੱਖਿਆ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ, ਘੁੰਮਣ ਫਿਰਨ ਦੀ ਆਜ਼ਾਦੀ, ਹਰ ਕਿਸਮ ਦੇ ਦਬਾਅ ਤੋਂ ਮੁਕਤੀ। ਇਹਨਾਂ ਸੁਤੰਤਰਤਾਵਾਂ ਨੂੰ ਮੁੱਖ ਤੌਰ 'ਤੇ ਅਸੀਂ ਨਾਗਰਿਕ ਸੁਤੰਤਰਤਾ ਵਿੱਚ ਗਿਣ ਸਕਦੇ ਹਾਂ। ਇੱਥੇ ਹਰ ਸੁਤੰਤਰਤਾ ਦੇ ਨਾਲ ਕੋਰਸਪੋਂਡਿੰਗ ਜ਼ਿੰਮੇਵਾਰੀਆਂ ਵੀ ਨੇ। ਜਿਵੇਂ ਜੇ ਸਾਨੂੰ ਆਪਣੇ ਜੀਵਨ ਦੀ ਰੱਖਿਆ ਦਾ ਅਧਿਕਾਰ ਹੈ, ਤਾਂ ਸਾਨੂੰ ਇਹ ਵੀ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਕਿਸੇ ਹੋਰ ਦੇ ਜੀਵਨ ਨੂੰ ਖਤਰੇ ਵਿੱਚ ਨਾ ਪਾਈਏ। ਜੇ ਸਾਨੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ ਹੈ, ਤਾਂ ਸਾਡਾ ਇਹ ਵੀ ਜ਼ਿੰਮੇਵਾਰੀ ਹੈ ਕਿ ਅਸੀਂ ਦੂਸਰਿਆਂ ਦੇ ਵਿਚਾਰਾਂ ਨੂੰ ਵੀ ਸਹਿਣ ਕਰੀਏ ਅਤੇ ਆਪਣੇ ਵਿਚਾਰ ਇਸ ਤਰ੍ਹਾਂ ਦੇ ਪ੍ਰਗਟ ਨਾ ਕਰੀਏ ਜਿਹੜੇ ਲੋਕਾਂ ਵਿੱਚ ਕੋਈ ਲੜਾਈ ਝਗੜਾ ਕਰਵਾਉਣ ਵਾਲੇ ਹੋਣ ਜਾਂ ਕੋਈ ਦੰਗੇ ਫਸਾਦ ਕਰਵਾਉਣ ਵਾਲੇ ਹੋਣ। ਤੀਸਰੀ ਸੁਤੰਤਰਤਾ ਹੈ ਰਾਜਨੀਤਿਕ ਸੁਤੰਤਰਤਾ, ਪੋਲੀਟੀਕਲ ਲਿਬਰਟੀ। ਰਾਜਨੀਤਿਕ ਸੁਤੰਤਰਤਾ ਦਾ ਭਾਵ ਹੈ ਕਿ ਸਰਕਾਰ ਦੇ ਕੰਮਾਂ ਵਿੱਚ ਅਸੀਂ ਭਾਗ ਲੈ ਸਕਦੇ ਹਾਂ, ਅਸੀਂ ਵੋਟ ਪਾ ਸਕਦੇ ਹਾਂ, ਸਾਨੂੰ ਚੋਣ ਲੜਨ ਦਾ ਅਧਿਕਾਰ ਹੈ। ਸਰਕਾਰ ਦਾ ਜੇ ਕੋਈ ਕੰਮ ਸਾਨੂੰ ਨਹੀਂ ਪਸੰਦ ਆਉਂਦਾ, ਅਸੀਂ ਸਰਕਾਰ ਦੀ ਆਲੋਚਨਾ ਕਰ ਸਕਦੇ ਹਾਂ। ਰਾਜਨੀਤਿਕ ਖੇਤਰ ਦੇ ਵਿੱਚ ਅਸੀਂ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹਾਂ, ਚਾਹੇ ਸਾਡੇ ਵਿਚਾਰ ਸੱਤਾਧਾਰੀ ਪਾਰਟੀ ਤੋਂ, ਰੂਲਿੰਗ ਧਿਰ ਤੋਂ ਵਿਰੁੱਧ ਹੀ ਕਿਉਂ ਨਾ ਹੋਣ, ਸਰਕਾਰ ਤੋਂ ਵਿਰੁੱਧ ਹੀ ਕਿਉਂ ਨਾ ਹੋਣ। ਅਤੇ ਇਸ ਤਰ੍ਹਾਂ ਦੀ ਸੁਤੰਤਰਤਾ ਜਿਹੜੀ ਉਹ ਕੇਵਲ ਲੋਕਤੰਤਰੀ ਪ੍ਰਣਾਲੀ ਵਿੱਚ ਹੀ ਪ੍ਰਦਾਨ ਕੀਤੀ ਜਾ ਸਕਦੀ ਆ। ਜਿਹੜੀ ਕੋਈ ਤਾਨਾਸ਼ਾਹੀ ਪ੍ਰਣਾਲੀ ਆ ਜਾਂ ਕੋਈ ਰਾਜਤੰਤਰ ਹੈ, ਉਸ ਦੇ ਵਿੱਚ ਸਰਕਾਰ ਦੀ ਆਲੋਚਨਾ ਕਰਨ ਦਾ ਅਧਿਕਾਰ ਜਾਂ ਸਮਾਨਤਾ ਦੇ ਨਾਲ ਰਾਜਨੀਤਿਕ ਗਤੀਵਿਧੀਆਂ ਵਿੱਚ ਭਾਗ ਲੈਣ ਦਾ ਅਧਿਕਾਰ ਨਾਗਰਿਕਾਂ ਨੂੰ ਨਹੀਂ ਦਿੱਤਾ ਜਾਂਦਾ। ਇਸ ਲਈ ਲੋਕਤੰਤਰੀ ਪ੍ਰਣਾਲੀ ਹੀ ਇਸ ਤਰ੍ਹਾਂ ਦੀ ਸੁਤੰਤਰਤਾ ਪ੍ਰਦਾਨ ਕਰ ਸਕਦੀ ਹੈ। ਚੌਥੇ ਨੰਬਰ 'ਤੇ ਹੈ ਆਰਥਿਕ ਸੁਤੰਤਰਤਾ। ਆਰਥਿਕ ਸੁਤੰਤਰਤਾ ਸੰਬੰਧੀ ਵਿਚਾਰਾਂ ਦੇ ਵਿੱਚ ਕੁਝ ਤਬਦੀਲੀ ਆਈ ਹੈ। ਸੁਸਾਇਟੀ ਦੇ ਪਰੰਪਰਾਵਾਦ ਅਨੁਸਾਰ, ਪੁਰਾਣੇ ਸਮੇਂ ਅਨੁਸਾਰ ਆਰਥਿਕ ਸੁਤੰਤਰਤਾ ਦਾ ਭਾਵ ਸੀ ਵਿਅਕਤੀ ਨੂੰ ਵਪਾਰ ਕਰਨ ਦੀ ਸੁਤੰਤਰਤਾ ਹੋਣੀ ਚਾਹੀਦੀ ਹੈ। ਸਟੇਟ ਨੂੰ ਇਸ ਵਿੱਚ ਕੋਈ ਇੰਟਰਫੇਰੈਂਸ ਨਹੀਂ ਕਰਨੀ ਚਾਹੀਦੀ, ਇਹਦੇ 'ਤੇ ਨਜਾਇਜ਼ ਰੋਕਾਂ ਨਹੀਂ ਲਾਉਣੀਆਂ ਚਾਹੀਦੀਆਂ। ਅਤੇ ਦੂਸਰਾ ਸੀ ਆਰਥਿਕ ਗਤੀਵਿਧੀਆਂ ਦੇ ਵਿੱਚ ਸਟੇਟ ਨੂੰ ਕੋਈ ਇੰਟਰਫੇਰੈਂਸ ਨਹੀਂ ਕਰਨੀ ਚਾਹੀਦੀ। ਆਰਥਿਕ ਗਤੀਵਿਧੀਆਂ ਨੂੰ, ਭਾਵ ਬਿਜ਼ਨਸ ਨੂੰ, ਪ੍ਰੋਡਕਸ਼ਨ ਨੂੰ, ਇੰਪਲਾਇਮੈਂਟ ਨੂੰ ਪੂਰੀ ਤਰ੍ਹਾਂ ਨਾਲ ਮਾਰਕੀਟ ਫੋਰਸਿਸ 'ਤੇ ਛੱਡ ਦੇਣਾ ਚਾਹੀਦਾ ਹੈ। ਪਰੰਤੂ ਇਸ ਵਿਚਾਰਧਾਰਾ ਤੇ ਚੱਲਣ ਦੇ ਨਤੀਜੇ ਬਹੁਤੇ ਵਧੀਆ ਨਹੀਂ ਨਿਕਲੇ, ਕੁਝ ਗਲਤ ਨਤੀਜੇ ਨਿਕਲੇ। ਜਿਵੇਂ ਇੱਕ ਇਸ ਦਾ ਮਾਰੂ ਪ੍ਰਭਾਵ ਇਹ ਪਿਆ ਕਿ ਸਮਾਜ ਦਾ ਜੋ ਕਮਜ਼ੋਰ ਵਰਗ ਸੀ ਹੋਰ ਕਮਜ਼ੋਰ ਹੁੰਦਾ ਗਿਆ, ਜੋ ਅਮੀਰ ਵਰਗ ਸੀ ਹੋਰ ਅਮੀਰ ਹੁੰਦਾ ਗਿਆ, ਅਸਾਵਾਂਪਣ ਬਹੁਤ ਜ਼ਿਆਦਾ ਵੱਧ ਗਿਆ। ਫਿਰ ਇਸ ਲਈ ਜੋ ਅਜੋਕਾ ਵਿਚਾਰ ਹੈ ਉਹ ਪਰੰਪਰਾਵਾਦੀ ਵਿਚਾਰ ਨੂੰ ਪ੍ਰਵਾਨ ਨਹੀਂ ਕਰਦਾ। ਅਜੋਕਾ ਵਿਚਾਰ ਕਹਿੰਦਾ ਕੇਵਲ ਵਪਾਰ ਦੀ ਸੁਤੰਤਰਤਾ ਜਾਂ ਰਾਜ ਦੁਆਰਾ ਆਰਥਿਕ ਖੇਤਰ ਵਿੱਚ ਦਖਲਅੰਦਾਜ਼ੀ ਨਾ ਕਰਨਾ ਹੀ ਆਰਥਿਕ ਸੁਤੰਤਰਤਾ ਦਾ ਭਾਗ ਨਹੀਂ ਹੈਗੇ। ਆਰਥਿਕ ਸੁਤੰਤਰਤਾ ਦਾ ਭਾਵ ਹੈ ਆਰਥਿਕ ਸੁਰੱਖਿਆ ਪ੍ਰਦਾਨ ਕਰਨਾ। ਆਰਥਿਕ ਸੁਰੱਖਿਆ ਅਸੀਂ ਕਹਿੰਦੇ ਹਾਂ ਕਿ ਜਿਹੜਾ ਵਿਅਕਤੀ ਬਿਮਾਰੀ ਕਾਰਨ ਜਾਂ ਬੁਢਾਪੇ ਕਾਰਨ ਆਪਣੀਆਂ ਮੌਲਿਕ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦਾ, ਉਸ ਦੀਆਂ ਘੱਟੋ ਘੱਟ ਮੌਲਿਕ ਜ਼ਰੂਰਤਾਂ ਪੂਰੀਆਂ ਕਰਨੀਆਂ ਉਹ ਸਟੇਟ ਦੀ, ਸੁਸਾਇਟੀ ਦੀ ਰਿਸਪੌਂਸਿਬਿਲਿਟੀ ਹੋਣੀ ਚਾਹੀਦੀ ਹੈ। ਦੂਸਰਾ ਹੈ ਇਹਦੇ ਵਿੱਚ ਰੋਜੀ ਰੋਟੀ ਕਮਾਉਣ ਦਾ ਅਧਿਕਾਰ, ਅਤੇ ਹਰ ਵਿਅਕਤੀ ਨੂੰ ਰੋਜੀ ਰੋਟੀ ਕਮਾਉਣ ਦੇ ਉਚਿਤ ਮੌਕੇ ਪ੍ਰਦਾਨ ਕਰਨਾ ਵੀ ਆਰਥਿਕ ਸੁਤੰਤਰਤਾ ਹੈ। ਹਰ ਵਿਅਕਤੀ ਨੂੰ ਉਸ ਦੀ ਮਿਹਨਤ ਦੇ ਅਨੁਸਾਰ, ਯੋਗਤਾ ਦੇ ਅਨੁਸਾਰ ਕੰਮ ਦਾ ਅਧਿਕਾਰ ਪ੍ਰਦਾਨ ਕਰਨਾ ਵੀ ਆਰਥਿਕ ਸੁਤੰਤਰਤਾ ਹੈ। ਇਕੱਲਾ ਕੰਮ ਦਾ ਅਧਿਕਾਰ ਦੇਣਾ ਨਹੀਂ, ਨਾਲ ਉਚਿਤ ਮਿਹਨਤਾਨੇ ਦਾ ਅਧਿਕਾਰ ਦੇਣਾ ਵੀ ਆਰਥਿਕ ਸੁਤੰਤਰਤਾ ਦਾ ਭਾਗ ਹੈ। ਅਤੇ ਸ਼ੋਸ਼ਣ ਵਿਰੁੱਧ ਅਧਿਕਾਰ, ਭਾਵ ਇੱਕ ਵਿਅਕਤੀ ਆਪਣੇ ਕਿਸੇ ਇੰਪਲਾਈ ਦਾ, ਆਪਣੇ ਕਿਸੇ ਮੁਲਾਜ਼ਮ ਦਾ ਸ਼ੋਸ਼ਣ ਨਾ ਕਰ ਸਕੇ, ਇੱਕ ਵਿਅਕਤੀ ਕਿਸੇ ਦੂਸਰੇ ਵਿਅਕਤੀ ਨੂੰ ਖਰੀਦ ਨਾ ਸਕੇ, ਉਸ ਨੂੰ ਗੁਲਾਮਾਂ ਵਾਂਗ ਨਾ ਵਰਤ ਸਕੇ, ਇਹ ਵੀ ਆਰਥਿਕ ਸੁਤੰਤਰਤਾ ਦਾ ਅੰਦਰੂਨੀ ਭਾਗ ਅੱਜ ਕੱਲ੍ਹ ਮੰਨਿਆ ਜਾਂਦਾ।
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਆਰਥਿਕ ਸੁਤੰਤਰਤਾ ਦੇ ਪੱਖ ਤੋਂ ਪੁਰਾਣੇ ਸਮੇਂ ਦੇ ਵਿਚਾਰ ਅਤੇ ਅਜੋਕੇ ਸਮੇਂ ਦੇ ਵਿਚਾਰਾਂ ਵਿੱਚ ਕਾਫੀ ਜ਼ਿਆਦਾ ਤਬਦੀਲੀ ਆਈ ਹੈ। 5ਵੇਂ ਨੰਬਰ ਤੇ ਹੈ ਰਾਸ਼ਟਰੀ ਸੁਤੰਤਰਤਾ। ਰਾਸ਼ਟਰੀ ਸੁਤੰਤਰਤਾ ਦਾ ਭਾਵ ਹੈ ਇੱਕ ਰਾਸ਼ਟਰ ਨੂੰ, ਇੱਕ ਕੌਮ ਨੂੰ ਆਪਣੇ ਰਾਜਨੀਤਿਕ ਫੈਸਲੇ ਲੈਣ ਦਾ ਹੱਕ ਆਪ ਹੋਣਾ ਚਾਹੀਦਾ ਹੈ। ਆਪਣਾ ਰਾਜਨੀਤਿਕ ਜੀਵਨ ਆਪ ਚਲਾਉਣ ਦਾ ਹੱਕ ਹੋਣਾ ਚਾਹੀਦਾ ਹੈ। ਜੇ ਕਿਸੇ ਕੌਮ ਦਾ ਵਿਕਾਸ ਦਾ ਪੱਧਰ ਕਿਸੇ ਦੂਸਰੀ ਕੌਮ ਨਾਲੋਂ ਨੀਵਾਂ ਹੈ ਤਾਂ ਵੀ ਉਸ ਨੂੰ ਇਹ ਹੱਕ ਹੈ ਕਿ ਆਪਣੇ ਰਾਜਨੀਤਿਕ ਫੈਸਲੇ ਆਪ ਲੈ ਸਕੇ। ਕਿਸੇ ਵਿਦੇਸ਼ੀ ਰਾਜ ਜਾਂ ਕਿਸੇ ਵਿਦੇਸ਼ੀ ਸ਼ਕਤੀ ਦੇ ਅਧੀਨ ਕੋਈ ਰਾਜ ਨਹੀਂ ਹੋਣਾ ਚਾਹੀਦਾ। ਹਰ ਰਾਜ ਦਾ ਸੰਵਿਧਾਨ ਹੈ ਜੋ ਉੱਥੋਂ ਦੇ ਲੋਕਾਂ ਦੁਆਰਾ ਜਾਂ ਉੱਥੋਂ ਦੇ ਲੋਕਾਂ ਦੇ ਦੁਆਰਾ ਬਣਾਈ ਹੋਈ ਕਿਸੇ ਸੰਵਿਧਾਨ ਸਭਾ ਦੁਆਰਾ ਬਣਾਇਆ ਗਿਆ ਹੋਣਾ ਚਾਹੀਦਾ ਹੈ। ਕਿ ਕਿਸੇ ਵੀ ਰਾਜ ਨੂੰ ਇਹ ਹੱਕ ਨਹੀਂ ਹੋਣਾ ਚਾਹੀਦਾ ਕਿ ਉਹ ਆਪ ਕਾਨੂੰਨ ਬਣਾ ਕੇ ਜਾਂ ਸੰਵਿਧਾਨ ਬਣਾ ਕੇ ਕਿਸੇ ਦੂਸਰੀ ਕੌਮ ਦੇ ਉੱਪਰ, ਕਿਸੇ ਦੂਸਰੇ ਨੇਸ਼ਨ ਦੇ ਉੱਪਰ ਥੋਪੇ। ਅਤੇ ਰਾਜ ਦੇ ਸਾਰੇ ਅਹੁਦੇ ਨੇ ਜਿਹੜੇ ਉੱਥੋਂ ਦੇ ਵਾਸੀਆਂ ਲਈ ਹੋਣੇ ਚਾਹੀਦੇ ਨੇ। ਅੰਦਰੂਨੀ ਪ੍ਰਬੰਧ ਚਲਾਉਣ ਲਈ, ਕਾਨੂੰਨ ਬਣਾਉਣ ਲਈ, ਆਪਣੀ ਵਿਦੇਸ਼ ਨੀਤੀ ਦਾ ਨਿਰਮਾਣ ਕਰਨ ਲਈ ਹਰ ਰਾਜ ਦੇ ਵਾਸੀਆਂ ਨੂੰ ਪੂਰੀ ਤਰ੍ਹਾਂ ਸੁਤੰਤਰਤਾ ਹੋਣੀ ਚਾਹੀਦੀ ਹੈ। ਜੇ ਇਹ ਸਾਰੀਆਂ ਸਹੂਲਤਾਂ ਹਨ ਕਿਸੇ ਰਾਜ ਦੇ ਵਿੱਚ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਰਾਜ ਹੈ ਜੋ ਇਸ ਰਾਜ ਨੂੰ ਰਾਸ਼ਟਰੀ ਸੁਤੰਤਰਤਾ ਪ੍ਰਾਪਤ ਹੈ। ਸੁਤੰਤਰਤਾ ਦੀ 6ਵੀਂ ਕਿਸਮ ਹੈ ਨੈਤਿਕ ਸੁਤੰਤਰਤਾ, ਮੋਰਲ ਲਿਬਰਟੀ। ਨੈਤਿਕ ਸੁਤੰਤਰਤਾ ਦਾ ਅਰਥ ਹੈ ਹਰ ਵਿਅਕਤੀ ਨੂੰ ਆਪਣੀ ਮੋਰੈਲਿਟੀ ਦੇ ਅਕੋਰਡਿੰਗ, ਆਪਣੀ ਨੈਤਿਕਤਾ ਦੇ ਅਨੁਸਾਰ ਆਪਣੇ ਫੈਸਲੇ ਲੈਣ ਦਾ ਹੱਕ ਹੋਣਾ ਚਾਹੀਦਾ ਹੈ। ਹਰ ਵਿਅਕਤੀ ਨੂੰ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦੀ ਸੁਤੰਤਰਤਾ ਹੋਣੀ ਚਾਹੀਦੀ ਹੈ। ਕਿਸੇ ਕੌਮ ਨੂੰ, ਕਿਸੇ ਵਿਅਕਤੀ ਨੂੰ, ਕਿਸੇ ਸਰਕਾਰ ਨੂੰ ਸਾਰੇ ਲੋਕਾਂ ਤੇ ਆਪਣੇ ਵਿਚਾਰ ਥੋਪਣੇ ਨਹੀਂ ਚਾਹੀਦੇ। ਜਿਸ ਤਰ੍ਹਾਂ ਦੇ ਕਿਸੇ ਵਿਅਕਤੀ ਦੀ ਮਾਨਸਿਕਤਾ ਹੈ, ਕਿਸੇ ਵਿਅਕਤੀ ਦੀ ਜ਼ਮੀਰ ਹੈ, ਉਸ ਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਹੋਣਾ ਚਾਹੀਦਾ ਹੈ। ਜਿਹੜੇ ਸਰਵਸੱਤਾਵਾਦੀ ਰਾਜ ਨੇ, ਟੋਟੈਲੀਟੇਰੀਅਨ ਸਟੇਟਸ ਨੇ, ਉਹ ਵਿਅਕਤੀ ਦੇ ਲਾਈਫ ਦੇ ਹਰ ਪੱਖ ਤੇ ਆਪਣਾ ਕੰਟਰੋਲ ਕਰ ਲੈਂਦੇ ਨੇ, ਹਰ ਪੱਖ ਤੇ ਆਪਣਾ ਕਬਜ਼ਾ ਕਰ ਲੈਂਦੇ ਨੇ। ਇਸ ਲਈ ਉੱਥੇ ਇਸ ਤਰ੍ਹਾਂ ਦੀ ਸੁਤੰਤਰਤਾ ਪ੍ਰਦਾਨ ਨਹੀਂ ਕੀਤੀ ਜਾਂਦੀ। ਇਸ ਤਰ੍ਹਾਂ ਦੀ ਸੁਤੰਤਰਤਾ ਦੀ ਜੇ ਉਮੀਦ ਕੀਤੀ ਜਾਂਦੀ ਹੈ ਤਾਂ ਉਹ ਕੇਵਲ ਲੋਕਤੰਤਰ ਵਿੱਚ ਹੀ ਕੀਤੀ ਜਾ ਸਕਦੀ ਹੈ। ਕਈ ਜੋ ਆਦਰਸ਼ਵਾਦੀ ਹੋਏ ਨੇ ਰਾਜਨੀਤਿਕ ਸਿਧਾਂਤਕਾਰ ਜਿਵੇਂ ਪਲੈਟੋ, ਅਰਸਤੂ, ਕਾਂਟ ਅਤੇ ਹੀਗਲ, ਇਹ ਸਾਰਿਆਂ ਨੇ ਕਿਹਾ ਕਿ ਜੋ ਨੈਤਿਕ ਸੁਤੰਤਰਤਾ ਹੈ ਉਹ ਜ਼ਰੂਰ ਮਿਲਣੀ ਚਾਹੀਦੀ ਹੈ ਵਿਅਕਤੀ ਨੂੰ। ਇਸ ਸੁਤੰਤਰਤਾ ਤੋਂ ਬਿਨਾਂ ਕੋਈ ਵਿਅਕਤੀ ਪੂਰਨ ਤੌਰ ਤੇ ਮਨੁੱਖ ਨਹੀਂ ਬਣ ਸਕਦਾ। ਉਹ ਵਿਅਕਤੀ ਬੇਸ਼ੱਕ ਹੋਵੇ ਪਰ ਪੂਰਨ ਮਨੁੱਖੀ ਵਿਕਾਸ ਲਈ ਵਿਅਕਤੀ ਲਈ ਨੈਤਿਕ ਸੁਤੰਤਰਤਾ ਇਹਨਾਂ ਸਿਧਾਂਤਕਾਰਾਂ ਦੇ ਅਨੁਸਾਰ, ਇਹਨਾਂ ਆਦਰਸ਼ਵਾਦੀਆਂ ਦੇ ਅਨੁਸਾਰ ਬਹੁਤ ਜ਼ਰੂਰੀ ਹੈ। 7ਵੀਂ ਸੁਤੰਤਰਤਾ ਹੈ ਨਿੱਜੀ ਸੁਤੰਤਰਤਾ, ਪਰਸਨਲ ਲਿਬਰਟੀ। ਇੱਕ ਸਾਡਾ ਰਾਜਨੀਤੀ ਸ਼ਾਸਤਰ ਦਾ ਵਿਚਾਰਕ ਹੋਇਆ ਹੈ J.S. ਮਿਲ। ਇਸ ਨੇ ਮਨੁੱਖੀ ਗਤੀਵਿਧੀਆਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੈ। ਉਹ ਗਤੀਵਿਧੀਆਂ ਜਿਹੜੀਆਂ ਕੇਵਲ ਤੇ ਕੇਵਲ ਵਿਅਕਤੀ ਦੇ ਆਪਣੇ ਆਪ ਨਾਲ ਸੰਬੰਧਿਤ ਹੁੰਦੀਆਂ ਹਨ ਅਤੇ ਉਹ ਗਤੀਵਿਧੀਆਂ ਜਿਨ੍ਹਾਂ ਦਾ ਸੰਬੰਧ ਦੂਸਰਿਆਂ ਨਾਲ ਵੀ ਹੁੰਦਾ ਹੈ। ਜਿਵੇਂ ਅਸੀਂ ਕੀ ਖਾਂਦੇ ਹਾਂ ਉਸ ਦਾ ਸੰਬੰਧ ਸਾਡੇ ਆਪਣੇ ਨਾਲ ਹੈ। ਅਸੀਂ ਕੀ ਪਹਿਨਦੇ ਹਾਂ ਉਸ ਦਾ ਸੰਬੰਧ ਸਾਡੇ ਆਪਣੇ ਨਾਲ ਹੈ। ਅਸੀਂ ਈਅਰਫੋਨ ਲਾ ਕੇ ਕੀ ਸੁਣਦੇ ਹਾਂ ਉਸ ਦਾ ਸੰਬੰਧ ਸਾਡੇ ਆਪਣੇ ਆਪ ਨਾਲ ਹੈ। ਪਰੰਤੂ ਅਸੀਂ ਲਾਊਡ ਸਪੀਕਰ ਲਾ ਕੇ ਕੀ ਸੁਣਦੇ ਹਾਂ ਉਸ ਦਾ ਸੰਬੰਧ ਦੂਸਰਿਆਂ ਨਾਲ ਵੀ ਹੈ। ਇਸ ਤਰ੍ਹਾਂ ਸਾਡੀ ਲਾਈਫ ਦੀਆਂ ਕੁਝ ਐਕਟੀਵਿਟੀਜ਼ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਸੰਬੰਧ ਕੇਵਲ ਆਪਣੇ ਆਪ ਨਾਲ ਹੁੰਦਾ ਵਿਅਕਤੀ ਦੇ। ਕੁਝ ਐਕਟੀਵਿਟੀਜ਼ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਸੰਬੰਧ ਦੂਸਰਿਆਂ ਨਾਲ ਵੀ ਹੁੰਦਾ। ਜਿਵੇਂ ਅਸੀਂ ਸੜਕ ਦੇ ਨਿਯਮਾਂ ਨੂੰ ਫੋਲੋ ਕਰਦੇ ਹਾਂ ਜਾਂ ਨਹੀਂ ਕਰਦੇ, ਉਸ ਦਾ ਸੰਬੰਧ ਇਕੱਲਾ ਸਾਡੇ ਨਾਲ ਨਹੀਂ ਹੁੰਦਾ, ਉਸ ਦਾ ਸੰਬੰਧ ਸੜਕ ਤੇ ਜੋ ਬਾਕੀ ਲੋਕ ਚੱਲ ਰਹੇ ਨੇ ਉਹਨਾਂ ਦੀ ਸੁਰੱਖਿਆ ਨਾਲ ਵੀ ਹੁੰਦਾ ਹੈ। ਇੱਥੇ J.S. ਮਿਲ ਕਹਿੰਦਾ ਕਿ ਉਹ ਗਤੀਵਿਧੀਆਂ ਜਿਨ੍ਹਾਂ ਦਾ ਸੰਬੰਧ ਵਿਅਕਤੀ ਦੇ ਕੇਵਲ ਆਪਣੇ ਆਪ ਨਾਲ ਹੈ, ਉਹਨਾਂ ਤੇ ਕਿਸੇ ਸਰਕਾਰ ਨੂੰ, ਕਿਸੇ ਸਮਾਜ ਨੂੰ ਕੋਈ ਨਿਯੰਤਰਣ ਨਹੀਂ ਕਰਨਾ ਚਾਹੀਦਾ, ਕੋਈ ਰੋਕ ਨਹੀਂ ਲਾਉਣੀ ਚਾਹੀਦੀ। ਆਪਣੇ ਆਪ ਦੇ ਉੱਪਰ ਵਿਅਕਤੀ ਪੂਰੀ ਤਰ੍ਹਾਂ ਆਪਣਾ ਮਾਲਕ ਆਪ ਹੋਣਾ ਚਾਹੀਦਾ ਹੈ। ਜੋ ਸਿਰਫ ਉਹ ਕੰਮ ਜਿਨ੍ਹਾਂ ਦਾ ਸੰਬੰਧ ਦੂਸਰਿਆਂ ਨਾਲ ਵੀ ਹੈ ਉਹਨਾਂ ਨੂੰ ਰੈਗੂਲੇਟ ਕਰਨ ਲਈ ਸਰਕਾਰ ਨੂੰ ਕਾਨੂੰਨ ਬਣਾਉਣੇ ਚਾਹੀਦੇ ਨੇ। ਇਸ ਤਰ੍ਹਾਂ ਇਹਨੂੰ ਕਿਹਾ ਜਾਂਦਾ ਹੈ ਨਿੱਜੀ ਸੁਤੰਤਰਤਾ ਜਾਂ ਪਰਸਨਲ ਲਿਬਰਟੀ, ਭਾਵ ਉਹ ਕੰਮ ਜਿਨ੍ਹਾਂ ਦਾ ਸੰਬੰਧ ਹੋਰ ਕਿਸੇ ਨਾਲ ਨਹੀਂ ਹੈ, ਉਹਨਾਂ ਕੰਮਾਂ ਨੂੰ ਕਰਨ ਲਈ ਵਿਅਕਤੀ ਪੂਰੀ ਤਰ੍ਹਾਂ ਸੁਤੰਤਰ ਹੈ। ਆਖਰ ਦੇ ਵਿੱਚ ਅਸੀਂ ਚਰਚਾ ਕਰਦੇ ਹਾਂ ਰਿਲੀਜੀਅਸ ਲਿਬਰਟੀ ਜਾਂ ਧਾਰਮਿਕ ਸੁਤੰਤਰਤਾ ਦੀ। ਧਾਰਮਿਕ ਸੁਤੰਤਰਤਾ ਦੇ ਬਹੁਤ ਸਾਰੇ ਪਹਿਲੂ ਨੇ, ਜਿਵੇਂ ਕੋਈ ਵਿਅਕਤੀ ਕੋਈ ਵੀ ਧਰਮ ਮੰਨੇ ਕਿ ਕਿਸੇ ਵੀ ਧਰਮ ਨੂੰ ਨਾ ਮੰਨੇ। ਇਹ ਵਿਅਕਤੀ ਦੀ ਆਪਣਾ ਨਿੱਜੀ ਫੈਸਲਾ ਹੋਣਾ ਚਾਹੀਦਾ ਹੈ। ਸਰਕਾਰ ਨੂੰ, ਸੁਸਾਇਟੀ ਨੂੰ ਇਸ ਵਿੱਚ ਕੋਈ ਇੰਟਰਫੀਰੈਂਸ ਨਹੀਂ ਕਰਨੀ ਚਾਹੀਦੀ। ਹਰ ਵਿਅਕਤੀ ਨੂੰ ਸੁਤੰਤਰਤਾ ਹੋਣੀ ਚਾਹੀਦੀ ਹੈ ਕਿ ਆਪਣੇ ਧਰਮ ਦੇ ਅਨੁਸਾਰ, ਆਪਣੀਆਂ ਧਾਰਮਿਕ ਰਹੁ ਰੀਤਾਂ ਦੇ ਅਨੁਸਾਰ ਆਪਣੀ ਪਾਠ ਪੂਜਾ ਕਰ ਸਕੇ। ਹਰ ਵਿਅਕਤੀ ਨੂੰ ਸੁਤੰਤਰਤਾ ਹੋਣੀ ਚਾਹੀਦੀ ਹੈ ਕਿ ਉਹ ਕਿਸੇ ਵੀ ਧਰਮ ਨੂੰ ਛੱਡ ਸਕੇ। ਹਰ ਵਿਅਕਤੀ ਨੂੰ ਸੁਤੰਤਰਤਾ ਹੋਣੀ ਚਾਹੀਦੀ ਹੈ ਕਿ ਕਿਸੇ ਵੀ ਧਰਮ ਨੂੰ ਨਾ ਮੰਨੇ। ਹਰ ਵਿਅਕਤੀ ਨੂੰ ਸੁਤੰਤਰਤਾ ਹੋਣੀ ਚਾਹੀਦੀ ਹੈ ਕਿ ਜੋ ਚਾਹੇ ਤਾਂ ਸਾਰੇ ਧਰਮਾਂ ਨੂੰ ਵੀ ਮੰਨ ਸਕਦਾ।
ਹਰ ਵਿਅਕਤੀ ਨੂੰ ਸੁਤੰਤਰਤਾ ਹੋਣੀ ਚਾਹੀਦੀ ਹੈ। ਜੇ ਚਾਹੇ ਤਾਂ ਸਾਰੇ ਧਰਮਾਂ ਨੂੰ ਛੱਡ ਵੀ ਸਕਦਾ ਹੈ। ਧਰਮ ਕਿਉਂਕਿ ਵਿਅਕਤੀ ਦਾ ਕੇਵਲ ਤੇ ਕੇਵਲ ਇੱਕ ਨਿੱਜੀ ਮਾਮਲਾ ਹੁੰਦਾ, ਇਸ ਲਈ ਧਰਮ ਦੇ ਮਾਮਲੇ ਦੇ ਵਿੱਚ ਸਰਕਾਰ ਨੂੰ ਕੋਈ ਇੰਟਰਫੇਰੈਂਸ ਨਹੀਂ ਕਰਨੀ ਚਾਹੀਦੀ। ਸਰਕਾਰ ਨੂੰ ਆਪਣੀਆਂ ਪਾਲਿਸੀਜ਼ ਇਸ ਤਰ੍ਹਾਂ ਬਣਾਉਣੀਆਂ ਚਾਹੀਦੀਆਂ ਨੇ ਕਿ ਸਾਰੇ ਧਰਮਾਂ ਦੇ ਲੋਕਾਂ 'ਤੇ ਉਸ ਦਾ ਬਰਾਬਰ ਦਾ ਪ੍ਰਭਾਵ ਹੋਵੇ, ਕਿਸੇ ਧਰਮ ਨੂੰ ਕੋਈ ਵਿਸ਼ੇਸ਼ ਰਿਆਇਤ ਨਾ ਦਿੱਤੀ ਜਾਵੇ ਅਤੇ ਕਿਸੇ ਧਰਮ 'ਤੇ ਕੋਈ ਵਿਸ਼ੇਸ਼ ਰੋਕ ਨਾ ਲਾਈ ਜਾਵੇ। ਅਖੀਰ ਦੇ ਵਿੱਚ ਅਸੀਂ ਇਸ ਸਿੱਟੇ 'ਤੇ ਪਹੁੰਚਦੇ ਹਾਂ ਕਿ ਵਿਅਕਤੀ ਦੇ ਜੀਵਨ ਵਿੱਚ ਹਰ ਪੱਖ ਦੀ ਸੁਤੰਤਰਤਾ, ਹਰ ਕਿਸਮ ਦੀ ਸੁਤੰਤਰਤਾ ਬਹੁਤ ਮਹੱਤਵਪੂਰਨ ਹੈ ਅਤੇ ਹਰ ਕਿਸਮ ਦੀ ਸੁਤੰਤਰਤਾ ਸਟੇਟ ਨੂੰ, ਸੁਸਾਇਟੀ ਨੂੰ, ਵਿਅਕਤੀ ਨੂੰ ਪ੍ਰਦਾਨ ਕਰਨੀ ਚਾਹੀਦੀ। ਪਰੰਤੂ ਵਿਅਕਤੀ ਸੁਸਾਇਟੀ ਦੇ ਵਿੱਚ, ਸਟੇਟ ਦੇ ਵਿੱਚ ਇਕੱਲਾ ਨਹੀਂ ਰਹਿੰਦਾ, ਉਹਦੇ ਆਲੇ ਦੁਆਲੇ ਹੋਰ ਮਨੁੱਖ ਵੀ ਰਹਿੰਦੇ ਨੇ, ਹੋਰ ਸਮੂਹ ਵੀ ਰਹਿੰਦੇ ਨੇ। ਇਸ ਲਈ ਜੋ ਸਾਡੀ ਸੁਤੰਤਰਤਾ ਹੈ ਉਸ ਦੀ ਜ਼ਿੰਮੇਵਾਰੀ ਨਾਲ ਉਸ ਨੂੰ ਇੰਜੋਏ ਕਰਨਾ, ਜ਼ਿੰਮੇਵਾਰੀ ਨਾਲ ਉਸ ਦੀ ਪਾਲਣਾ ਕਰਨਾ, ਉਸ ਨਾਲ ਜੁੜੀਆਂ ਹੋਈਆਂ ਜ਼ਿੰਮੇਵਾਰੀਆਂ ਦੀ ਵੀ ਪਾਲਣਾ ਕਰਨਾ, ਇਹ ਵੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਵਿਅਕਤੀ ਦੀ ਸੁਤੰਤਰਤਾ, ਸਮਾਜਿਕ ਸ਼ਾਂਤੀ ਅਤੇ ਸਮਾਜਿਕ ਸੁਰੱਖਿਆ ਇਹ ਸਾਰੇ ਆਪਸ ਵਿੱਚ ਜੁੜੇ ਹੋਏ ਹਨ। ਇਹਨਾਂ ਨੂੰ ਕਿਸੇ ਨੂੰ ਵੀ ਵੱਖੋ ਵੱਖਰੇ ਕਰਕੇ ਨਹੀਂ ਵੇਖਿਆ ਜਾ ਸਕਦਾ। ਇਸ ਲਈ ਵਿਅਕਤੀ ਦੀ ਸੁਤੰਤਰਤਾ ਦਾ ਸਮਾਜਿਕ ਸ਼ਾਂਤੀ ਨਾਲ, ਸਮਾਜਿਕ ਸੁਰੱਖਿਆ ਨਾਲ, ਰਾਜ ਦੀ ਸੁਰੱਖਿਆ ਨਾਲ ਸੁਮੇਲ ਬਣਾ ਕੇ ਰੱਖਣ ਦੇ ਵਿੱਚ ਹੀ ਸਟੇਟ ਦੀ, ਵਿਅਕਤੀ ਦੀ, ਸਮਾਜ ਦੀ, ਮਨੁੱਖਤਾ ਦੀ, ਸਾਰਿਆਂ ਦੀ ਭਲਾਈ ਹੈ। ਬਹੁਤ ਬਹੁਤ ਧੰਨਵਾਦ। ਗੁੱਡ ਲੱਕ।